ਸੋ ਡੀਅਰ ਸਟੂਡੈਂਟਸ, ਲਾਸਟ ਕਲਾਸ ਦੇ ਵਿੱਚ ਆਪਾਂ ਇਫ ਸਟੇਟਮੈਂਟਸ ਕੀਤੀਆਂ ਸੀਗੀਆਂ। ਤਾਂ ਇਫ ਸਟੇਟਮੈਂਟ ਕੀ ਹੈ, ਆਪਾਂ ਨੂੰ ਮੋਰ ਦੈਨ ਵਨ ਚੋਇਸ ਦੇ ਵਿੱਚੋਂ ਇੱਕ ਚੋਇਸ ਸਿਲੈਕਟ ਕਰਨ ਦੇ ਵਿੱਚ ਹੈਲਪ ਕਰਦੀ ਸੀ। ਅੱਜ ਦੀ ਕਲਾਸ ਦੇ ਵਿੱਚ ਆਪਾਂ ਫੋਰ ਲੂਪ ਸਟੱਡੀ ਕਰਨਾ ਹੈ। ਫੋਰ ਲੂਪ ਮੀਨਸ ਕਿ ਅਗਰ ਅਸੀਂ ਕੋਈ ਇੱਕ ਪਰਟੀਕੂਲਰ ਸਟੇਟਮੈਂਟ ਨੂੰ ਇੱਕ ਤੋਂ ਜ਼ਿਆਦਾ ਵਾਰ ਐਗਜ਼ੀਕਿਊਟ ਕਰਾਉਣਾ ਤਾਂ ਉਹਦੇ ਦੋ ਤਰੀਕੇ ਹੁੰਦੇ ਨੇ ਕਿ ਜਾਂ ਤਾਂ ਅਸੀਂ ਉਸ ਸਟੇਟਮੈਂਟ ਜਾਂ ਗਰੁੱਪ ਆਫ ਸਟੇਟਮੈਂਟਸ ਨੂੰ ਬਾਰ-ਬਾਰ ਪ੍ਰੋਗਰਾਮਸ ਦੇ ਵਿੱਚ ਲਿਖੀਏ। ਮੰਨ ਲਓ ਇੱਕ ਸਟੇਟਮੈਂਟ ਹੈ, ਉਹਨੂੰ ਅਸੀਂ 100 ਟਾਈਮਸ ਰਿਪੀਟ ਕਰਨਾ ਹੈ। ਤਾਂ ਇੱਕ ਤਾਂ ਤਰੀਕਾ ਸਾਡੇ ਕੋਲ ਇਹ ਹੈ ਕਿ ਅਸੀਂ ਉਸ ਸਟੇਟਮੈਂਟ ਨੂੰ 100 ਟਾਈਮਸ ਟਾਈਪ ਕਰਕੇ ਪ੍ਰੋਗਰਾਮ 'ਚ ਇਨਕਲੂਡ ਕਰੀਏ, ਜੋ ਕਿ ਕਾफ़ੀ ਕੰਬਰਸਮ ਐਂਡ ਡਿਫਿਕਲਟ ਪ੍ਰੋਸੈਸ ਹੈ। ਦੂਸਰਾ ਤਰੀਕਾ ਇਹ ਹੈ ਕਿ ਸਾਡੇ ਕੋਲੇ ਕੰਟਰੋਲ ਸਟੇਟਮੈਂਟਸ ਹੁੰਦੀਆਂ ਨੇ, ਇਹਨਾਂ ਨੂੰ ਅਸੀਂ ਕੰਟਰੋਲ ਸਟੇਟਮੈਂਟਸ ਕਹਿੰਦੇ ਆ। ਕੰਟਰੋਲ ਸਟੇਟਮੈਂਟਸ। ਸੋ ਇਹਨਾਂ ਦੀ ਹੈਲਪ ਦੇ ਨਾਲ ਅਸੀਂ ਕਿਸੇ ਵੀ ਇੱਕ ਸਟੇਟਮੈਂਟ ਨੂੰ ਰਿਪੀਟ ਕਰ ਸਕਦੇ ਹਾਂ ਔਰ ਜਿੰਨੀ ਵਾਰ ਚਾਹੀਏ ਉਨੀ ਵਾਰੀ ਰਿਪੀਟ ਕਰ ਸਕਦੇ ਹਾਂ। ਇਹ ਸਾਡੇ ਹੱਥ 'ਚ ਹੁੰਦਾ ਹੈ। ਸੋ ਇਹਨਾਂ ਰੈਪੀਟੀਸ਼ਨ ਜਿਹੜੀ ਕੰਟਰੋਲ ਕਰਨ ਵਾਲੀਆਂ ਸਟਰਕਚਰਸ ਨੇ, ਇਹਨਾਂ ਨੂੰ ਅਸੀਂ ਲੂਪ ਇੰਸਟਰਕਸ਼ਨਸ ਕਹਿੰਦੇ ਆ। ਔਰ ਫੋਰ ਇੰਸਟਰਕਸ਼ਨ ਇੱਕ ਇਸ ਤਰ੍ਹਾਂ ਦੀ ਲੂਪ ਇੰਸਟਰਕਸ਼ਨ ਹੈ ਜਿਹੜੀ ਕਿ ਰੈਪੀਟੀਸ਼ਨ ਨੂੰ ਕੰਟਰੋਲ ਕਰਦੀ ਹੈ ਕਿਸੇ ਵੀ ਇੰਸਟਰਕਸ਼ਨ ਦੇ ਨੂੰ। ਫੋਰ ਲੂਪ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਸਾਨੂੰ ਇਹ ਬਿਫੋਰ ਹੈਂਡ ਪਤਾ ਹੁੰਦਾ ਹੈ ਕਿ ਅਸੀਂ ਕੋਈ ਪਰਟੀਕੂਲਰ ਸਟੇਟਮੈਂਟ ਨੂੰ ਕਿੰਨੀ ਵਾਰੀ ਰਿਪੀਟ ਕਰਨਾ ਹੈ। ਸੇ ਸਾਨੂੰ ਇਹ ਪਤਾ ਹੈ ਕਿ ਇਸ ਸਟੇਟਮੈਂਟ ਨੂੰ ਅਸੀਂ 10 ਟਾਈਮਸ 50 ਟਾਈਮਸ ਜਾਂ 100 ਟਾਈਮਸ ਰਿਪੀਟ ਕਰਨਾ। ਤਾਂ ਜਦੋਂ ਸਾਨੂੰ ਜਿੰਨੀ ਦੇਰ ਸਪੈਸੀਫਿਕ ਨੰਬਰ ਆਫ ਟਾਈਮਸ ਸਾਨੂੰ ਪਤਾ ਹੈ ਕਿ ਅਸੀਂ ਇਹ ਰੈਪੀਟੀਸ਼ਨ ਕਰਨੀ ਹੈ ਤਾਂ ਅਸੀਂ ਫੋਰ ਲੂਪ ਯੂਜ਼ ਕਰਦੇ ਹਾਂ। ਫੋਰ ਲੂਪ ਦਾ ਜਿਹੜਾ ਸਿੰਟੈਕਸ ਹੈ ਉਹ ਇਹ ਹੈ ਕਿ ਫੋਰ ਤੋਂ ਬਾਅਦ ਬ੍ਰੈਕਟ ਦੇ ਵਿੱਚ ਸਭ ਤੋਂ ਪਹਿਲਾਂ ਇਨੀਸ਼ੀਅਲਾਈਜੇਸ਼ਨ ਇੰਸਟਰਕਸ਼ਨ ਹੁੰਦੀ ਹੈ ਜਿਹੜੀ ਕਿ ਸਾਡੇ ਕਾਊਂਟਰ ਨੂੰ ਇਨੀਸ਼ੀਅਲਾਈਜ਼ ਕਰਦੀ ਹੈ। ਕਾਊਂਟਰ ਇੱਕ ਇਸ ਤਰ੍ਹਾਂ ਦਾ ਵੇਰੀਏਬਲ ਹੈ ਜਿਹੜਾ ਸਾਨੂੰ ਦੱਸਦਾ ਹੈ ਕਿ ਕਿੰਨੀ ਵਾਰੀ ਸਟੇਟਮੈਂਟ ਐਗਜ਼ੀਕਿਊਟ ਹੋ ਚੁੱਕੀ ਹੈ ਔਰ ਜਿਹਦੇ ਨਾਲ ਫਿਰ ਸਾਨੂੰ ਇਹ ਟਰੈਕ ਰਹਿੰਦਾ ਕਿ ਅਸੀਂ ਕਿੰਨੀ ਵਾਰੀ ਹੋਰ ਇਸ ਸਟੇਟਮੈਂਟ ਨੂੰ ਐਗਜ਼ੀਕਿਊਟ ਕਰਨਾ ਹੈ। ਸੋ ਇਨੀਸ਼ੀਅਲਾਈਜ਼ਰ ਦੇ ਕੀ ਕਰਦਾ ਕਿ ਸਾਡਾ ਜਿਹੜਾ ਕਾਊਂਟਰ ਵੇਰੀਏਬਲ ਹੈ ਉਹਨੂੰ ਸ਼ੁਰੂ ਕਰਦਾ, ਇਨੀਸ਼ੀਅਲ ਵੈਲਿਊ ਤੇ ਸੈੱਟ ਕਰਦਾ। ਜਿੱਦਾਂ ਸਪੋਜ਼ ਅਸੀਂ ਕਿਸੇ ਸਟੇਟਮੈਂਟ ਨੂੰ 50 ਟਾਈਮਸ ਰਿਪੀਟ ਕਰਨਾ ਤਾਂ ਅਸੀਂ ਕਾਊਂਟਰ ਨੂੰ 0 ਤੋਂ ਸਟਾਰਟ ਕਰਾਂਗੇ। ਤਾਂ ਇਨੀਸ਼ੀਅਲਾਈਜੇਸ਼ਨ ਇੰਸਟਰਕਸ਼ਨ ਹੈ ਜਿਹੜੀ ਉਹ ਸਾਡੇ ਕਾਊਂਟਰ ਨੂੰ 0 ਤੇ ਸੈੱਟ ਕਰੇ। ਇਸ ਤੋਂ ਬਾਅਦ ਸੈਕਿੰਡ ਆ ਜਾਂਦੀ ਹੈ ਜੀ ਕੰਡੀਸ਼ਨ। ਕੰਡੀਸ਼ਨ ਦੇ ਵਿੱਚ ਕੀ ਹੈ ਕਿ ਕਾਊਂਟਰ ਨੂੰ ਚੈੱਕ ਕਰਦਾ ਹੈ ਕਿ ਜੇ ਸਪੋਜ਼ 50 ਟਾਈਮ ਇਹ ਸਟੇਟਮੈਂਟ ਅਸੀਂ ਐਗਜ਼ੀਕਿਊਟ ਕਰਾਣੀ ਸੀ ਤਾਂ ਕੀ 50 ਟਾਈਮਸ ਕੰਪਲੀਟ ਹੋ ਚੁੱਕਾ ਹੈ। ਅਗਰ 50 ਟਾਈਮਸ ਕੰਪਲੀਟ ਹੋ ਚੁੱਕਾ ਹੈ ਤਾਂ ਫੋਰ ਲੂਪ ਕੁਇਟ ਕਰ ਜਾਏਗਾ। ਅਗਰ 50 ਟਾਈਮ ਰਿਪੀਟ ਨਹੀਂ ਹੋਇਆ ਤਾਂ ਸਟੇਟਮੈਂਟ ਇੱਕ ਵਾਰੀ ਫਿਰ ਐਗਜ਼ੀਕਿਊਟ ਹੋਏਗੀ। ਥਰਡ ਸਟੈਪ ਦੇ ਵਿੱਚ ਕੀ ਹੈ ਵੀ ਜਦੋਂ ਇੱਕ ਵਾਰੀ ਸੋ ਕੰਡੀਸ਼ਨ ਅਗਰ ਜਦੋਂ ਵੀ ਟਰੂ ਹੁੰਦੀ ਹੈ ਉਦੋਂ ਸਟੇਟਮੈਂਟਸ ਐਗਜ਼ੀਕਿਊਟ ਹੋਣਗੀਆਂ। ਇਹ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਨ ਤੋਂ ਬਾਅਦ ਫਿਰ ਇਨਕਰੀਮੈਂਟ ਸਟੇਟਮੈਂਟ ਐਗਜ਼ੀਕਿਊਟ ਹੋਏਗੀ ਜਿਹੜੀ ਕਿ ਸਾਡੇ ਕਾਊਂਟਰ ਨੂੰ ਇਨਕਰੀਜ਼ ਕਰੇਗੀ ਬਾਈ 1 ਜਾਂ ਜਿੰਨਾ ਵੀ ਅਸੀਂ ਇਸ ਦੇ ਵਿੱਚ ਡਿਫਾਈਨ ਕੀਤਾ ਇਨਕਰੀਮੈਂਟ ਸਟੇਟਮੈਂਟ ਦੇ ਵਿੱਚ, ਤਾਂ ਕਿ ਕੰਡੀਸ਼ਨ ਮੋਡੀਫਾਈ ਹੋ ਜਾਵੇ, ਕਾਊਂਟਰ ਸਾਡਾ ਇਨਕਰੀਜ਼ ਹੋ ਜਾਵੇ ਕਿ ਅਸੀਂ ਇੱਕ ਵਾਰੀ ਹੋਰ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਤਾ ਹੈ। ਤਾਂ ਉਸ ਤੋਂ ਬਾਅਦ ਫਿਰ ਕੰਡੀਸ਼ਨ ਚੈੱਕ ਹੋਏਗੀ। ਅਗਰ ਕੰਡੀਸ਼ਨ ਹਾਲੇ ਵੀ ਟਰੂ ਹੈ, ਮਤਲਬ 50 ਟਾਈਮਸ ਕੰਪਲੀਟ ਨਹੀਂ ਹੋਇਆ, ਤਾਂ ਫਿਰ ਸਟੇਟਮੈਂਟਸ ਐਗਜ਼ੀਕਿਊਟ ਹੋਣਗੀਆਂ, ਫਿਰ ਇਨਕਰੀਮੈਂਟ ਹੋਏਗਾ ਕਾਊਂਟਰ, ਫਿਰ ਕੰਡੀਸ਼ਨ ਚੈੱਕ ਹੋਏਗੀ ਔਰ ਇਹ ਪ੍ਰੋਸੈਸ ਜਿਹੜਾ ਰਿਪੀਟ ਹੋਏਗਾ। ਸੋ ਇੱਧਰ ਦੇਖੋ ਰਾਈਟ ਸਾਈਡ ਤੇ ਮੈਂ ਸਟੈਪਸ ਲਿਖੇ ਨੇ 4। ਸਭ ਤੋਂ ਪਹਿਲਾਂ ਆਪਣਾ ਇਨੀਸ਼ੀਅਲਾਈਜੇਸ਼ਨ ਇੰਸਟਰਕਸ਼ਨ ਸਟਾਰਟ ਹੁੰਦੀ ਹੈ, ਕਾਊਂਟਰ ਸ਼ੁਰੂ ਹੁੰਦਾ ਹੈ, ਫਿਰ ਕੰਡੀਸ਼ਨ ਦੇ ਵਿੱਚ ਉਸ ਕਾਊਂਟਰ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਕਾਊਂਟਰ ਦੀ ਜਿਹੜੀ ਆਪਾਂ ਕੰਡੀਸ਼ਨ ਲਗਾਈ ਸੀ ਉਹ ਕੰਪਲੀਟ ਹੋ ਚੁੱਕੀ ਹੈ ਜਾਂ ਨਹੀਂ। ਅਗਰ ਨਹੀਂ ਕੰਪਲੀਟ ਹੋਈ ਦੈਟ ਮੀਨਸ ਅਜੇ ਕੰਡੀਸ਼ਨ ਟਰੂ ਹੈ ਤਾਂ ਸਾਡੀਆਂ ਸਟੇਟਮੈਂਟਸ ਐਗਜ਼ੀਕਿਊਟ ਹੋਣਗੀਆਂ। ਅਗਰ ਕੰਡੀਸ਼ਨ ਫੁਲਫਿਲ ਹੋ ਚੁੱਕੀ ਹੈ ਤਾਂ ਕੰਡੀਸ਼ਨ ਜਿਹੜੀ ਹੈ ਫਾਲਸ ਹੋ ਜਾਏਗੀ ਆਊਟਪੁੱਟ ਕੰਡੀਸ਼ਨ ਦੀ ਔਰ ਲੂਪ ਜਿਹੜਾ ਕੁਇਟ ਕਰ ਜਾਏਗਾ। ਅਗਰ ਕੰਡੀਸ਼ਨ ਟਰੂ ਸੀ, ਸਟੇਟਮੈਂਟਸ ਐਗਜ਼ੀਕਿਊਟ ਹੋ ਗਈਆਂ, ਤਾਂ ਫਿਰ ਇਨਕਰੀਮੈਂਟ ਦੇ ਵਿੱਚ ਕਾਊਂਟਰ ਨੂੰ ਇਨਕਰੀਮੈਂਟ ਕੀਤਾ ਜਾਏਗਾ। ਕਾਊਂਟਰ ਨੂੰ ਇਨਕਰੀਮੈਂਟ ਕਰਨ ਤੋਂ ਬਾਅਦ ਸਟੈਪ 2 ਐਂਡ 3 ਰਿਪੀਟ ਕੀਤੇ ਜਾਣਗੇ ਟਿਲ ਕੰਡੀਸ਼ਨ ਇਜ਼ ਟਰੂ। ਜਿੰਨੀ ਦੇਰ ਤੱਕ ਕੰਡੀਸ਼ਨ ਟਰੂ ਹੈ ਸਟੈਪਸ 2 ਐਂਡ 3 ਰਿਪੀਟ ਹੁੰਦੇ ਰਹਿਣਗੇ। ਜਦੋਂ
ਉਹ ਫਾਲਸ ਹੋ ਗਈ ਕੰਡੀਸ਼ਨ ਤਾਂ ਲੂਪ ਸਾਡਾ ਕੁਇਟ ਕਰ ਦੇਗਾ। ਇਹਨੂੰ ਮੈਂ ਇੱਕ ਫਲੋ ਡਾਇਗਰਾਮ ਦੀ ਹੈਲਪ ਦੇ ਵਿੱਚ ਵੀ ਬਣਾਇਆ ਕਿ ਦੇਖੋ ਫॉर ਲੂਪ ਦੇ ਵਿੱਚ ਸਭ ਤੋਂ ਪਹਿਲਾਂ INIT ਇਨੀਸ਼ੀਅਲਾਈਜੇਸ਼ਨ ਇੰਸਟਰਕਸ਼ਨ ਸੀ, ਦੈਨ ਕੰਡੀਸ਼ਨ, ਦੈਨ ਇਨਕਰੀਮੈਂਟ ਐਂਡ ਫੋਲੋਡ ਬਾय ਸਟੇਟਮੈਂਟਸ। ਆ ਜਿਹੜੀਆਂ ਸਟੇਟਮੈਂਟਸ ਨੇ ਇਹਨਾਂ ਨੂੰ ਅਸੀਂ ਰਿਪੀਟ ਕਰਨਾ ਹੈ। ਜਿਹੜੀ ਕੰਡੀਸ਼ਨ ਦੇ ਵਿੱਚ ਸਾਨੂੰ ਇਨੀਸ਼ੀਅਲਾਈਜੇਸ਼ਨ ਤੋਂ ਬਾਅਦ ਕੰਡੀਸ਼ਨ ਟਰੂ ਹੋਣ ਤੱਕ ਆ ਸਟੇਟਮੈਂਟਸ ਐਗਜ਼ੀਕਿਊਟ ਹੋਣਗੀਆਂ। ਤਾਂ ਸਭ ਤੋਂ ਪਹਿਲਾਂ ਦੇਖੋ ਇਨੀਸ਼ੀਅਲਾਈਜੇਸ਼ਨ ਇੰਸਟਰਕਸ਼ਨ ਹੁੰਦੀ ਹੈ, ਇਹਦੇ ਵਿੱਚ ਕੀ ਹੈ, ਕਾਊਂਟਰ ਨੂੰ ਇਨੀਸ਼ੀਅਲ ਵੈਲਿਊ ਤੇ ਸੈੱਟ ਕੀਤਾ ਜਾਂਦਾ ਹੈ। ਕਾਊਂਟਰ ਇਜ਼ ਸੈਟ ਔਨ ਇਨੀਸ਼ੀਅਲ ਵੈਲਿਊ ਔਰ ਇਹ ਸਿਰਫ ਇੱਕ ਵਾਰੀ ਐਗਜ਼ੀਕਿਊਟ ਹੁੰਦੀ ਹੈ, ਉਸ ਤੋਂ ਬਾਅਦ ਦੁਬਾਰਾ ਕਦੇ ਵੀ ਇਹ ਜਿਹੜੀ ਇੰਸਟਰਕਸ਼ਨ ਹੈ ਉਹ ਐਗਜ਼ੀਕਿਊਟ ਨਹੀਂ ਹੁੰਦੀ। ਸੋ ਫॉर ਲੂਪ ਜਦੋਂ ਸ਼ੁਰੂ ਹੁੰਦਾ ਇਹ ਇੱਕ ਵਾਰੀ ਕੰਡੀਸ਼ਨ ਐਗਜ਼ੀਕਿਊਟ ਹੋਏਗੀ, ਉਸ ਤੋਂ ਬਾਅਦ ਨਹੀਂ। ਸੋ ਕਾਊਂਟਰ ਸਾਡਾ ਇਨੀਸ਼ੀਅਲਾਈਜ਼ ਹੋ ਗਿਆ। ਇਸ ਤੋਂ ਬਾਅਦ ਕੰਡੀਸ਼ਨ ਦੇ ਵਿੱਚ ਉਹਨੂੰ ਚੈੱਕ ਕੀਤਾ ਜਾਏਗਾ ਕਿ ਕਾਊਂਟਰ ਹੈ ਜਿਹੜਾ ਹਜੇ ਵੀ ਫਾਈਨਲ ਕੰਡੀਸ਼ਨ ਤੋਂ ਘੱਟ ਹੈ ਜਾਂ ਉਹ ਜਿਹੜੀ ਫਾਈਨਲ ਕੰਡੀਸ਼ਨ ਤੇ ਪਹੁੰਚ ਗਿਆ। ਜਿੰਨੀ ਦੇਰ ਤੱਕ ਉਹ ਘੱਟ ਰਹੇਗਾ ਇਸ ਕੰਡੀਸ਼ਨ ਦੀ ਆਊਟਪੁੱਟ ਟਰੂ ਰਹੇਗੀ ਔਰ ਸਟੇਟਮੈਂਟਸ ਐਗਜ਼ੀਕਿਊਟ ਹੋਣਗੀਆਂ। ਸਟੇਟਮੈਂਟਸ ਐਗਜ਼ੀਕਿਊਟ ਹੋਣ ਤੋਂ ਬਾਅਦ ਇਨਕਰੀਮੈਂਟ ਥਰਡ ਇੰਸਟਰਕਸ਼ਨ ਸਟੈਪ ਸਾਡਾ ਆਏਗਾ। ਇਹਦੇ ਵਿੱਚ ਕਾਊਂਟਰ ਇਨਕਰੀਜ਼ ਹੋਏਗਾ, ਕਾਊਂਟਰ ਇਜ਼ ਇਨਕਰੀਮੈਂਟਡ, काउंटर इज इंक्रीमेंटेड। ठीक है, काउंटर इंक्रीमेंट हो गया। फिर दोबारा कंडीशन चेक की जाएगी कि हले भी काउंटर स्पैसिफिक वैल्यू तो घट है या नहीं। अगर घट है तो स्टेटमेंट्स रिपीट की जाएगियां, अगर वो पूरा हो गया काउंट तो लूप क्विट करके नैक्सट इंस्ट्रक्शन पर चला जाएगा। सो इसका एक एग्जाम्पल प्रोग्राम मैं इंक्लूड किया है जिहदे विच आपां की है हैडर फाइल ले ली standardIO.h, उस तो बाद मेन प्रोग्राम आ गया, इंटीजर ले लिया एक आपां a और फॉर लूप दे विच आपां देखो इनीशियलाइजेशन वैल्यू कित्थे लाई है, इनीशियलाइजर दे विच आपां a नूं 10 सैट करता है। सो आ जिहड़ी है अपना काउंटर स्टार्ट हो गया 10 तो। तो काउंटर 10 तो स्टार्ट हो गया। कंडीशन आप की लगाई है कि काउंटर जोड़ा साडा 20 तो थले थले चाहिए। दैट मीनस 10 तो अपनी स्टेटमेंट एग्जीक्यूट होनिया शुरू होणगियां और 19 तक चलणगियां और जदों ही 20 हो गया तो ए लैस दैन 20 फॉल्स हो जाएगा, फिर ये लूप क्विट करेगा। जिन्नी देर तक ये ट्रू रहेगा आ साडी प्रिंट एफ स्टेटमेंट एग्जीक्यूट होएगी। ਇਹਦੀ एग्जीक्यूशन तो बाद इंक्रीमेंट होएगा a++ और बार बार ये प्रिंट एफ वैल्यू एग्जीक्यूट होती रहेगी। जदों a20 हो गया ये क्विट हो जाएगा और साडी जिहड़ी है फॉर लूप के बाद जिहड़ी नैक्सट इंस्ट्रक्शन प्रोग्राम दे विच आंदी है वो चलेगी। तो आपां इस प्रोग्राम नूं अपने जिहड़ा डिवेलपर C++ प्रोग्राम है ਉਹਦੇ ਵਿੱਚ ਐਗਜ਼ੀਕਿਊਟ ਕਰਕੇ ਦੇਖਦੇ ਆ ਐਂਡ ਲੈਟ ਅਸ ਸੀ ਵਾਟ ਹੈਪਨਸ। ਸੋ ਆਪਣੇ ਕੋਲੇ ਜਿਹੜਾ ਰਾਜੇ ਪ੍ਰੋਗਰਾਮ ਹੈ ਡਿਵੈਲਪਰ C++, ਇਹਦੇ ਵਿੱਚ ਆਪਾਂ ਸੇਮ ਜਿਹੜੀ ਪ੍ਰੋਗਰਾਮ ਹੈ ਇਹਨੂੰ ਇੱਕ ਵਾਰੀ ਐਗਜ਼ੀਕਿਊਟ ਕਰਾਂਗੇ ਔਰ ਦੇਖਾਂਗੇ ਕਿ ਕੀ ਆਊਟਪੁੱਟ ਸਾਡੇ ਕੋਲੇ ਆਉਂਦੀ ਹੈ। ਨਿਊ ਫਾਈਲ ਦੇ ਵਿੱਚ ਆਪਾਂ ਪ੍ਰੋਸੈਸ ਉਹੀ ਰੱਖਣਾ ਹੈ। सब तो पहला अपने कोले इंक्लूड कमांड आ गई standardIO.h। इस तो बाद आप सैकेंड फाइल इंक्लूड करनी है conio.h। मैं फॉन्ट थोड़ा इंक्रीज कर देना ताकि थोनों ये नज़र आउण। इस तो बाद साडे कोले मेन प्रोग्राम आ गया और जिहदे विच आपां
ਸਭ ਤੋਂ ਪਹਿਲਾਂ ਕੀ ਸੀਗਾ, ਸਭ ਤੋਂ ਪਹਿਲਾਂ ਆਪਾਂ ਇੰਟੀਜਰ ਵੇਰੀਏਬਲ ਲਿਆ ਸੀ a, ਇਸ ਤੋਂ ਬਾਅਦ ਫॉर ਲੂਪ a इक्वल टू 10 और फिर आप कंडीशन लगाई सी a लेस दैन 20, फिर सैमीकोलन a प्लस प्लस। फॉर तो बाद सैमीकोलन नहीं पाना, क्योंकि जो फॉर तो बाद सैमीकोलन पाता तो उत्थे ही स्टेटमेंट फॉर लूप खत्म हो जाएगी। देन printf the value of a इक्वल टू, क्योंकि इंटीजर वेरीएबल है तो परसेंटेज डी आएगा। सो इत्थे जिहड़ी है ए दी वैल्यू छप जाएगी और एंड दे विच ए। हुण अगर असी हर वैल्यू जिहड़ी है नवीं लाइन प्रिंट करनी चाहुंदे आ तो बिल्कुल एंड ते बैकस्लैश एन इनकलूड कर देना और बिल्कुल एंड ते सैमीकोलन, इसनूं आपां सेव कर लेना है। ਇਹਦਾ ਨਾਮ ਬੇਸ਼ੱਕ ਰੱਖ ਲਓ ਫॉर ਲੂਪ, और ਇਹਨੂੰ ਜਦੋਂ ਅਸੀਂ ਕੰਪਾਈਲ ਕਰਕੇ ਪਹਿਲਾਂ ਦੇਖਣਾ ਹੈ, जीरो एरर्स जीरो वार्निंग अगर आ जांदियां ने साडियां, इत्थे एरर आ गई क्योंकि इनकलूड दे स्पैलिंग गलत सी। सो आपां इहनूं ठीक कीता, सेव कीता, उस तो बाद फिर कंपाइल किया, तो जिथे जिथे भी मिसटेक्स ने वो असी दूर करी जानिया ने, जिन्नी देर तक साडी जीरो एरर जीरो वार्निंग नहीं आती। एंड फाइनली एग्जीक्यूट रन। तो इत्थे तुसीं स्क्रीन पे देख सकते हो कि वैल्यू जिहड़ी है वो 10 तो स्टार्ट हुई 19 तक गई। सो 19 तक ए दी वैल्यू साडे कोल प्रिंट होके आ गई और फाइनली असी आउटपुट नूं स्क्रीन ते देख सकते हैं। तो देखो इहदे विच की सी, अगर असी ये 10 वैल्यूज़ प्रिंट करनियां सी तो साडे कोले दो ऑप्शनस सीगियां, या तो असी इस इंस्ट्रक्शन नूं 10 बारी लिख दे कि वैल्यू ऑफ ए इक्वल टू 10, वैल्यू ऑफ ए इक्वल टू 11, वैल्यू ऑफ ए इक्वल टू 12, या साडे कोले ये ऑप्शन है कि फॉर लूप असी एक बारी लिखिया, एक स्टेटमेंट लिखी तो फॉर लूप दे विच कंडीशन लगाती कि ए जिहड़ा 10 तो स्टार्ट होएगा और जदों तक वो 20 तक नहीं पहुँच जाता उदों तक ये इंस्ट्रक्शन जिहड़ी है इट हैज़ टू बी रिपीटड और उस तो बाद क्विट। सो ये राजे हैगा फॉर लूप दी एग्जाम्पल। इनू तुसीं एक बारी अपने प्रोग्राम ते चैक करो, मोबाइल के उपर एग्जीक्यूट करके देखो और याद करो। ये क्लास नोट्स मैं थोड़े ग्रुप च पोस्ट कर देंगा।